ਮਾਨ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਜਦੋਂ ਵਿਰੋਧੀ ਧਿਰ ਸੀਗਾ ਕਿ ਇੱਥੇ ਨਹੀਂ ਬਣਨਾ ਚਾਹੀਦਾ। ਫਿਰ ਉਹ ਚੀਫ ਮਿਨਿਸਟਰ ਆਮ ਪਾਰਟੀ ਦੇ ਬਣ ਗਏ, ਫਿਰ ਉਹਨਾਂ ਨੂੰ ਕਹਿਣਾ ਪੈ ਗਿਆ ਕਿ ਇਹ ਬਣੂਗਾ। ਕਾਂਗਰਸ, ਬੀਜੇਪੀ, ਆਰਐਸਐਸ, ਆਮ ਪਾਰਟੀ, ਬਾਦਲ ਦਲ ਇਹ ਸੈਂਟਰ ਦੇ ਕਹਿਣ ਤੇ ਚੱਲਦੀ ਹੈ। 1947 ਤੋਂ ਬਾਅਦ ਆਪਾਂ ਆਪਣੀ ਤਾਕਤ ਦਿੱਲੀ ਨੂੰ ਦੇਈ ਜਾਂਦੇ ਆ। ਦਿੱਲੀ ਦੇ ਖਿਲਾਫ ਮੋਰਚੇ ਤਾਂ ਲੱਗਦੇ ਆ, ਪਰ ਦਿੱਲੀ ਦੇ ਹਿੱਤ ਦੇ ਵਿੱਚ ਵੋਟਾਂ ਪਾ ਦਿੰਦੇ ਆ। ਬਹੁਤ ਅੱਛਾ ਫੈਸਲਾ ਕੀਤਾ ਜੀ। ਇਹ ਤਾਂ ਕਾਮਯਾਬ ਹੋ ਗਿਆ ਕਿਉਂ ਕਰਕੇ ਸਾਡੇ ਚੀਫ ਮਿਨਿਸਟਰ ਸਾਹਿਬ ਦਾ ਪਰਸੋਂ ਹੀ ਸ਼ਾਦੀ ਹੋਈ ਹੈ ਤੇ ਉਹਦੇ ਸਤਿਕਾਰ ਵਜੋਂ, ਖੁਸ਼ੀ ਵਜੋਂ ਜਿਹੜੀ ਲੋਕਾਂ ਦੀ ਮੰਗ ਸੀਗੀ ਕਿ ਰੱਤੇਵਾੜੇ ਇਹ ਨਾ ਬਣੇ ਇੰਡਸਟਰੀਅਲ ਪਾਰਕ, ਉਹ ਕੈਂਸਲ ਕਰਤਾ। ਨਹੀਂ ਤਾਂ ਪਹਿਲਾਂ ਮਾਨ ਸਾਹਿਬ ਨੇ ਪਹਿਲਾਂ ਵੀ ਕਿਹਾ ਸੀ ਜਦੋਂ ਵਿਰੋਧੀ ਧਿਰ ਸੀਗਾ ਕਿ ਇੱਥੇ ਨਹੀਂ ਬਣਨਾ ਚਾਹੀਦਾ, ਪਰ ਜਦੋਂ ਫਿਰ ਉਹ ਚੀਫ ਮਿਨਿਸਟਰ ਆਮ ਪਾਰਟੀ ਦੇ ਬਣ ਗਏ, ਫਿਰ ਉਹਨਾਂ ਨੂੰ ਕਹਿਣਾ ਪੈ ਗਿਆ ਕਿ ਇਹ ਬਣੂਗਾ। ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿੰਨੀਆਂ ਵੀ ਸੈਂਟਰ ਤੇ ਦਿੱਲੀ ਦੇ ਨਾਲ ਪਾਰਟੀਆਂ ਚੱਲਦੀਆਂ, ਕਾਂਗਰਸ, ਬੀਜੇਪੀ, ਆਰਐਸਐਸ, ਆਮ ਪਾਰਟੀ, ਬਾਦਲ ਦਲ, ਇਹ ਸੈਂਟਰ ਦੇ ਕਹਿਣ ਤੇ ਚੱਲਦੀਆਂ ਤੇ ਇਹਨਾਂ ਨੇ ਵੋਟ ਲੈਣੇ ਹੁੰਦੇ ਹੈ। ਹਰਿਆਣੇ 'ਚ ਵੀ, ਹੁਣ ਰਾਜਸਥਾਨ 'ਚ ਵੀ ਵੋਟ ਆ ਰਹੇ ਹੈ, ਫਿਰ ਦਿੱਲੀ ਦੇ ਵਿੱਚ ਵੀ ਵੋਟ ਲੈਣੀ ਹੈ ਤੇ ਹਿਮਾਚਲ ਦੇ ਵਿੱਚ ਵੀ ਵੋਟ ਲੈਣੀ ਹੈ, ਜੰਮੂ ਕਸ਼ਮੀਰ ਦੇ ਵਿੱਚ ਵੀ ਵੋਟ ਲੈਣੀ ਹੈ। ਸੋ ਇਹ ਪਾਣੀਆਂ ਦੀ ਗੱਲ ਨਹੀਂ ਕਰ ਸਕਦੇ ਹੈਗੇ, ਇਹਨਾਂ ਨੂੰ ਮਜਬੂਰੀ ਹੈ। ਇਹ ਸਾਡੇ ਵੋਟਰਾਂ ਦੀ ਕਮੀ ਹੈ ਕਿ ਉਹਨਾਂ ਨੂੰ ਅਜੇ ਤੱਕ 75 ਸਾਲ ਬਾਅਦ ਪਤਾ ਹੀ ਨਹੀਂ ਲੱਗਿਆ ਕਿ ਜਿਹੜੀਆਂ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਉਹਨਾਂ ਦਾ ਜਿਹੜਾ ਏਜੰਡਾ ਹੁੰਦਾ ਹੈ ਉਹ ਸੈਂਟਰ ਤੋਂ ਚੱਲਦਾ ਹੈ। ਹੁਣ ਜਿੱਦਣ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਦੇ ਖਿਲਾਫ ਕਰਨੀ ਹੈ ਗੱਲ, ਫਿਰ ਉਦੋਂ ਫਿਰ ਰੰਗ ਲੱਗ ਜਾਣਗੇ ਤੇ ਤੁਸੀਂ ਫਿਰ ਵੋਟ ਸਿਰਫ ਆਪਣੀ ਪਾਰਟੀ ਜਿਹੜੀ ਪੰਜਾਬ ਦੀ ਹੋਊਗੀ ਉਹਨੂੰ ਪਾਇਆ ਕਰੋਗੇ। 1947 ਤੋਂ ਬਾਅਦ ਆਪਾਂ ਆਪਣੀ ਤਾਕਤ ਦਿੱਲੀ ਨੂੰ ਦੇਈ ਜਾਂਦੇ ਆ। ਦਿੱਲੀ ਦੇ ਖਿਲਾਫ ਮੋਰਚੇ ਤਾਂ ਲੱਗਦੇ ਆ, ਪਰ ਦਿੱਲੀ ਦੇ ਹਿੱਤ ਦੇ ਵਿੱਚ ਵੋਟਾਂ ਪਾ ਦਿੰਦੇ ਆ। ਇਹ ਸਾਡੇ ਲੋਕਾਂ ਦੀ ਸਮਝ ਮੈਨੂੰ ਨਹੀਂ ਅਜੇ ਤੱਕ ਆਈ ਹੈਗੀ, ਨਾ ਕਿਸੇ ਨੇ ਦੱਸਿਆ ਕਿ ਇਸ ਤਰ੍ਹਾਂ ਹੋਊਗਾ। ਕੱਲ੍ਹ ਜਿਹੜਾ ਇਹ ਫੈਸਲਾ ਚੀਫ ਸਾਹਿਬ ਨੇ ਕੀਤਾ ਬਹੁਤ ਅੱਛਾ ਹੈ, ਇਹਦੇ ਨਾਲ ਅਮਨ ਰਹੂਗਾ। ਕਿਉਂ ਕਰਕੇ ਰਿਪੇਰੀਅਨ ਲਾਅ ਦੇ ਮੁਤਾਬਕ ਜੇ ਗੰਦਾ ਪਾਣੀ ਆਪਾਂ ਦਰਿਆ ਦੇ ਵਿੱਚ ਪਾਵਾਂਗੇ, ਫਰਜ਼ ਕਰ ਲਓ ਮੱਤੇਵਾੜਾ ਜੰਗਲ ਦੇ ਵਿੱਚ ਇਹ ਫੈਕਟਰੀਆਂ ਲੱਗ ਗਈਆਂ, ਇਹਨਾਂ ਦਾ ਗੰਦਾ ਪਾਣੀ ਜਾਊਗਾ ਸਤਲੁਜ ਦੇ ਵਿੱਚ, ਤੇ ਜਿਹੜਾ ਇੰਟਰਨੈਸ਼ਨਲ ਰਿਪੇਰੀਅਨ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜਿਹੜੀਆਂ ਨਦੀਆਂ ਉੱਪਰ ਹੁੰਦੀ ਹੈ ਉਹਨਾਂ ਦਾ ਪਾਣੀ ਥੱਲੇ ਜਾਂਦਾ ਹੈ, ਜਿਵੇਂ ਫਿਰੋਜ਼ਪੁਰ ਪਾਕਿਸਤਾਨ ਨੂੰ ਜਾਂਦਾ ਹੈ, ਤੁਸੀਂ ਉਹਨਾਂ ਦਾ ਪਾਣੀ ਗੰਦਾ ਨਹੀਂ ਕਰ ਸਕਦੇ ਕੈਮੀਕਲਸ ਦੇ ਨਾਲ ਤੇ ਹੋਰ ਚੀਜ਼ਾਂ ਦੇ ਨਾਲ। ਇਹਦੇ ਤੋਂ ਇੰਡੀਆ ਨੂੰ ਵੀ ਬਚਣਾ ਚਾਹੀਦਾ ਹੈ, ਕਿਉਂ ਕਰਕੇ ਨੰਗਲ ਦੇ ਵਿੱਚ ਜਿਹੜੀ ਫਰਟੀਲਾਈਜ਼ਰ ਫੈਕਟਰੀ ਹੈ ਉਹਦੇ ਵਿੱਚ ਹੈਵੀ ਵਾਟਰ ਪਲਾਂਟ ਲੱਗਿਆ ਹੋਇਆ ਹੈ। ਹੈਵੀ ਵਾਟਰ ਪਲਾਂਟ ਦੇ ਨਾਲ ਜਿਹੜੇ ਪਰਮਾਣੂ ਹਥਿਆਰ ਹੈ ਉਹ ਬਣਾਏ ਜਾਂਦੇ ਹੈ ਤੇ ਇੱਕ ਪਲਾਂਟ ਇਹਨਾਂ ਦਾ ਯੂਰੇਨੀਅਮ ਇਨਰਿਚਮੈਂਟ ਪਲਾਂਟ ਵੀ ਲੱਗਿਆ। ਉਹਦਾ ਜਿਹੜਾ ਪਾਣੀ ਹੈ ਉਹ ਸਤਲੁਜ ਦਰਿਆ ਦੇ ਵਿੱਚ ਜਾਂਦਾ ਹੈ। ਇਹ ਸਿਰਫ ਇੰਡੀਆ ਦਾ ਕਸੂਰ ਨਹੀਂ ਹੈ,
ਇਹ ਜਿਹੜਾ ਸਤਲੁਜ ਹੈ ਇਹ ਆਉਂਦਾ ਹੈ ਤਿੱਬਤ ਚੀਨ ਤੋਂ, ਅਤੇ ਚੀਨ ਨੇ ਵੀ ਆਪਣੇ ਸਤਲੁਜ ਦੇ ਉੱਤੇ ਡੈਮ ਬਣਾਈ ਹੈ ਅਤੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਉਹਨਾਂ ਦੇ ਕੋਲੇ ਵੀ ਹੈਗੀ ਹੈ। ਸੋ ਜਿਹੜਾ ਸਾਡੇ ਮਾਲਵੇ ਦੇ ਵਿੱਚ ਕੈਂਸਰ ਹੋ ਰਿਹਾ ਹੈ ਉਹਦੀ ਜੜ੍ਹ ਤਿੱਬਤ ਦੇ ਵਿੱਚ ਵੀ ਹੈ, ਨੰਗਲ ਦੇ ਵਿੱਚ ਵੀ ਹੈ, ਅਤੇ ਜਿੱਥੇ ਹੋਰ ਇੰਡੀਆ ਨੇ ਇਹ ਯੂਰੇਨੀਅਮ ਐਨਰਿਚਮੈਂਟ ਪਲਾਂਟਸ ਬਣਾਈਆਂ ਹੈ ਉੱਥੇ ਵੀ ਹੈ। ਹੈਵੀ ਵਾਟਰ ਦਾ ਸਾਨੂੰ ਪਤਾ ਲੱਗਿਆ ਹੋਇਆ ਹੈ ਕਿ ਨੰਗਲ ਫੈਕਟਰੀ ਦੇ ਵਿੱਚ ਹੈਗਾ, ਪਰ ਇੰਡੀਆ ਇਹ ਨਹੀਂ ਦੱਸ ਰਿਹਾ ਕਿ ਸਾਡਾ ਜਿਹੜਾ ਯੂਰੇਨੀਅਮ ਐਨਰਿਚਮੈਂਟ ਪਲਾਂਟ ਆ ਉਹ ਕਿੱਥੇ ਹੈ, ਪਰ ਲੱਗਿਆ ਜ਼ਰੂਰ ਹੈ। ਤਦੇ ਜਦੋਂ ਵੀ ਤੁਸੀਂ ਅਖਬਾਰਾਂ ਪੜ੍ਹਦੇ ਹੋ, ਤੁਸੀਂ ਪੜ੍ਹਦੇ ਹੋ ਕਿ ਧਰਤੀ ਦੇ ਪਾਣੀ ਦੇ ਵਿੱਚ ਯੂਰੇਨੀਅਮ ਆ ਰਿਹਾ ਹੈ। ਸੋ ਇਹ ਗੱਲ ਹੈ। ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਉਹ ਲਾਈ ਲੱਗ ਹੈਗੇ ਹੈ, ਜੇ ਉਹਨਾਂ ਨੇ ਵੀ ਜਗ੍ਹਾ ਮੰਗ ਲਈ ਅਤੇ ਇਹਦਾ ਮਤਲਬ ਹੈ ਹੱਕ ਉਹਨਾਂ ਨੇ ਚੰਡੀਗੜ੍ਹ ਦਾ ਪੰਜਾਬ ਵੱਲੋਂ ਛੱਡ ਦਿੱਤਾ ਗਿਆ ਹੈਗਾ, ਅਤੇ ਹਰਿਆਣੇ ਦੀ ਜਿਹੜੀ ਅਸੈਂਬਲੀ ਹੈ ਇਹ ਰੋਹਤਕ ਲੱਗਣੀ ਚਾਹੀਦੀ ਹੈ, ਅਤੇ ਹਰਿਆਣੇ ਨੂੰ ਵੱਡਾ ਕਰਨਾ ਚਾਹੀਦਾ ਹੈ। ਜਿਹੜਾ ਇਹ ਆਗਰੇ ਦਾ ਡਿਵੀਜ਼ਨ ਹੈਗਾ, ਮੇਰਠ ਦਾ ਡਿਵੀਜ਼ਨ ਹੈ, ਭਰਤਪੁਰ ਦਾ ਡਿਵੀਜ਼ਨ ਹੈ, ਅਤੇ ਸਹਾਰਨਪੁਰ ਦਾ ਡਿਵੀਜ਼ਨ ਇਹ ਹਰਿਆਣੇ ਦੇ ਨਾਲ ਲਾ ਦੇਣਾ ਚਾਹੀਦਾ ਹੈ, ਜਿਹਦੇ ਨਾਲ ਇਹ ਸਾਰੇ ਲੋਕ ਇੱਕੋ ਨਸਲ ਦੇ ਹੈ, ਇੱਕ ਸੂਬੇ ਦੇ ਵਿੱਚ ਆ ਜਾਣ, ਅਤੇ ਜਿਹੜਾ ਸਰਸੇ ਅਤੇ ਕਰਨਾਲ ਤੋਂ ਉੱਪਰ ਪਹਾੜ ਵਾਲਾ ਇਲਾਕਾ ਹੈ ਇਸ ਨੂੰ ਪੰਜਾਬ ਦੇ ਵਿੱਚ ਮਿਲਾ ਦੇਣਾ ਚਾਹੀਦਾ ਹੈ, ਜਿਹਦੇ ਨਾਲ ਇਹ ਸਾਰਾ ਰਿਪੇਰੀਅਨ ਕਾਨੂੰਨ ਦੇ ਵਿੱਚ ਆ ਜਾਏ ਅਤੇ ਇਹਨਾਂ ਜ਼ਿਲ੍ਹਿਆਂ ਨੂੰ ਵੀ ਅਸੀਂ ਪਾਣੀ ਦੇ ਸਕੀਏ। ਅਸੀਂ ਇੰਨਾ ਪਾਣੀ ਨਹੀਂ ਦੇ ਸਕਦੇ ਕਿਉਂ ਕਰਕੇ ਰਿਪੇਰੀਅਨ ਕਾਨੂੰਨ ਦੇ ਖਿਲਾਫ ਹੈ। ਰਿਪੇਰੀਅਨ ਕਾਨੂੰਨ 'ਤੇ ਸਾਡਾ ਸੰਵਿਧਾਨ ਕਹਿੰਦਾ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਵਹਿੰਦੀ ਹੈ ਉਸੇ ਸੂਬੇ ਦਾ ਹੱਕ ਹੈ ਉਹਦੇ ਪਾਣੀ 'ਤੇ। ਕਿਉਂ ਕਰਕੇ ਜਦੋਂ ਹੜ੍ਹ ਆਉਂਦੇ ਹੈ ਉਹੀ ਸੂਬੇ ਨੂੰ ਮੁਸੀਬਤ ਆਉਂਦੀ ਹੈ ਜਿਹਦੇ ਵਿੱਚੋਂ ਇਹ ਨਦੀਆਂ ਵਹਿੰਦੀਆਂ ਹੈਗੀਆਂ। ਇਹ ਕਾਨੂੰਨ ਦਾ ਰੀਜ਼ਨ ਹੈ ਕਿ ਉਸੇ ਸੂਬੇ ਦਾ ਪਾਣੀ ਹੈ ਜਿਹਦੇ 'ਚੋਂ ਇਹ ਵਹਿੰਦੀ ਹੈ। ਮਾਨ ਸਾਹਿਬ, ਇੱਕ ਕਮੇਟੀ ਹਾਈ ਪਾਵਰ ਕਮੇਟੀ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਹੈ, ਉਹਦੇ ਵਿੱਚ ਰਾਘਵ ਚੱਡਾ ਨੂੰ ਚੇਅਰਮੈਨ ਪ੍ਰੋਜੈਕਟ ਕੀਤਾ ਗਿਆ, ਪਹਿਲੀ ਵਾਰੀ ਹੋਇਆ। ਉਹਦੇ ਬਾਰੇ ਤਾਂ ਤੁਸੀਂ ਵੋਟਾਂ ਤਾਂ ਆਮ ਆਦਮੀ ਪਾਰਟੀ ਨੂੰ ਬਹੁਤ ਸੋਹਣੀਆਂ ਪਾਈਆਂ, ਦਵਾ ਸੱਟ, ਅਤੇ ਹੁਣ ਵੀ ਤਾਂ ਦਿੱਲੀ ਤੋਂ ਕਮਾਂਡ ਆਉਂਦਾ ਹੈ ਜੋ ਕੁਛ ਮਾਨ ਸਾਹਿਬ ਕਰਾਉਂਦੇ ਹੈ। ਇੱਕ ਚੱਡਾ ਸਾਹਿਬ ਬੈਠਾ ਹੈ ਜਿਹਨੂੰ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਹੈ, ਉਹਦੇ ਕੋਲੇ ਅਫਸਰ ਜਾਂਦੇ ਆ, ਪੁੱਛਦੇ ਗਿੱਛਦੇ ਹੈ, ਅਤੇ ਜਿੰਨੇ ਵੀ ਰਾਜ ਸਭਾ ਦੇ ਮੈਂਬਰ ਬਣਾਏ ਆ ਉਹ ਤਾਂ ਪੰਜਾਬੀ ਹੈ ਹੀ ਨਹੀਂ, ਅਤੇ ਸੱਚੇਵਾਲ ਸਾਹਿਬ ਪੰਜਾਬੀ ਹੈਗੇ ਹੈ, ਅਤੇ ਉਹ ਵਾਤਾਵਰਨ ਦੀ ਅਤੇ ਪ੍ਰਕਿਰਤੀ ਦੀ ਗੱਲ ਕਰਦੇ ਸੀ। ਪਰ ਜਿਹੜਾ ਮੱਤੇਵਾੜ ਬਣਨ ਲੱਗਿਆ ਇਹ ਇੰਡਸਟਰੀਅਲ ਪਾਰਕ, ਉੱਥੇ ਫਿਰ ਮੱਤੇਵਾਲ ਸਾਹਿਬ ਦੇ ਮੂੰਹ ਦੇ ਉੱਤੇ ਉਂਗਲੀ ਆ ਗਈ ਹੈ ਕਿ ਸੰਤ ਮਹਾਤਮਾ ਉਹ ਵੀ ਵਿਕ ਸਕਦੇ ਹੈ। ਇਹ ਜੇ ਉਹਨਾਂ ਨੂੰ ਗੱਦੀ ਦਿੱਤੀ ਜਾਵੇ, ਇਹ ਤਾਂ ਬਹੁਤ ਕਮਜ਼ੋਰੀ ਦਿਖਾਈ ਹੈ ਸੱਚੇਵਾਲ ਸਾਹਿਬ ਨੇ। ਉਹ ਲੱਗਦੀਆਂ ਰਹਿਣਗੀਆਂ ਯਾਰ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲਾਉਣ ਦੇ ਵਿੱਚ ਕੋਈ ਹਟਾ ਨਹੀਂ ਸਕਦਾ, ਫੇਰ ਲੱਗੀ ਜਾਣਗੀਆਂ। ਉਹ ਤਾਂ ਨੋਟੀਫਿਕੇਸ਼ਨ ਜਾਰੀ ਕਰਤਾ ਨਾ, ਨੋਟੀਫਿਕੇਸ਼ਨ ਦਾ ਕੋਈ ਫਰਕ ਨਹੀਂ ਪੈਂਦਾ। ਹੁਣ ਮੂਸੇਵਾਲ ਸਾਹਿਬ ਦਾ SYL ਦਾ ਗਾਣਾ ਤੁਸੀਂ ਸੁਣੀ ਜਾਂਦੇ ਹੋ, ਉਹਦੇ 'ਤੇ ਵੀ ਪਾਬੰਦੀ ਲੱਗੀ ਹੋਈ ਹੈ, ਅਤੇ ਫਿਰ ਅਸੀਂ ਪਾਬੰਦੀ ਲਾ ਦਾਂਗੇ ਕਿ ਗਾਂਧੀ ਦੀ ਨਾ ਲੱਗੇ, ਨਹਿਰੂ ਦੀ ਨਾ ਲੱਗੇ। ਆ ਜਿਹੜਾ BJP RSS ਦਾ ਗੁਰੂ ਹੈ ਗੋਵਲਕਰ ਕੀ ਹੈ ਨਾ, ਹਾਂ ਪਤਾ ਨਹੀਂ, ਜਿਹੜੇ ਵੀ ਹੈਗੇ ਹੈ ਉਹਨਾਂ ਦੇ ਵੀ ਲਾ ਦੇਣਗੇ, ਭਗਤ ਸਿੰਘ ਦੇ ਵੀ ਲਾ ਦੇਣਗੇ, ਹੈ ਨਾ। ਮਾਨ ਸਾਹਿਬ, SGPC ਦੀਆਂ ਚੋਣਾਂ ਆ ਰਹੀਆਂ ਨੇ, ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੁਣ ਵੱਡੀ ਪਾਰਟੀ ਵਜੋਂ ਉੱਭਰੀ ਆ, ਤੁਸੀਂ ਇਕੱਲੇ ਚੋਣਾਂ ਲੜੋਗੇ ਜਾਂ ਤੁਸੀਂ ਪੰਥਕ ਧਿਰਾਂ ਨੂੰ ਨਾਲ ਲਓਗੇ? ਅਕਾਲੀ ਦਲ ਬਾਦਲ ਪ੍ਰਤੀ ਤੁਹਾਡੀ ਕੀ ਪਹੁੰਚ ਹੋ? ਅਸੀਂ ਜਿੰਨਾ ਕੁਛ ਹੋ ਸਕਦਾ ਚੰਗੇ ਕੈਂਡੀਡੇਟ ਜਿਹੜੇ ਸੱਚੇ ਹੋਣਗੇ ਉਹਨਾਂ ਨੂੰ ਲੜਾਵਾਂਗੇ, ਜਿਹੜੇ ਪੰਜਾਬ ਦੇ ਹਿੱਤ ਆਪਣੇ ਕਬਜ਼ੇ ਦੇ ਵਿੱਚ ਰੱਖ ਸਕਣ। ਜਿਹੜੇ ਬੰਦੇ ਪੰਜਾਬ ਦੇ ਸਿੱਖ ਕੌਮ ਦੇ ਹੱਕ ਹਕੂਕ ਨਹੀਂ ਰੱਖਦੇ
ਉਹਨਾਂ ਨੂੰ ਨਹੀਂ ਲਿਆ ਜਾਊਗਾ ਤੇ ਜਿੰਨੀਆਂ ਵੀ ਜ਼ਮੀਨਾਂ STPC ਨੇ 10-10 ਹਜ਼ਾਰ ਰੁਪਈਆ ਏਕੜ ਦਿੱਤੀਆਂ, ਜਦ ਕਿ ਮਾਰਕੀਟ ਦਾ ਮੁੱਲ ਉਹਨਾਂ ਦਾ 60,000 ਤੇ 70,000 ਰੁਪਈਆ ਕਿੱਲੇ ਹੈ, ਉਹ ਸਭ ਛਡਾ ਕੇ ਨਵੀਆਂ ਨਿਲਾਮੀਆਂ ਹੋਣਗੀਆਂ। ਤੇ ਜਿੰਨੇ ਵੀ ਟਰਸਟ ਬਣੇ ਹੈ, ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਉਹ ਸਾਰੇ STPC ਦੇ ਅਧੀਨ ਹੋਣਗੇ। ਉਹ ਟਰਸਟ ਖਤਮ ਕੀਤੇ ਜਾਣਗੇ ਤੇ ਉਹਨਾਂ ਦੀ ਜ਼ਿੰਮੇਵਾਰੀ STPC ਨੂੰ ਹੋਊਗੀ। ਟਰਸਟ ਟੌੜਾ ਸਾਹਿਬ ਤੇ ਬਾਦਲ ਸਾਹਿਬ ਨੇ ਆਪਣੇ ਝੇਥਿਆਂ ਨੂੰ ਉੱਥੇ ਲਾਉਣ ਦੇ ਲਈ ਤਾਂ ਬਣਾਏ ਸੀਗੇ ਤੇ ਇਹਨਾਂ ਦੋਨੋਂ ਸਾਡੇ ਲੀਡਰਾਂ ਨੇ ਸਾਡੀ STPC ਦਾ ਜਿਹੜਾ ਰੁੱਖ ਸੀ ਉਹ ਤਬਦੀਲ ਕਰਕੇ ਰੱਖਤਾ ਮਾੜੇ ਪਾਸੇ। ਉਹ ਅਸੀਂ ਤਬਦੀਲ ਕਰਕੇ ਸਾਰੀ ਚੀਜ਼ STPC ਦੇ ਅਧੀਨ ਆਊਗੀ। ਉੱਧਰ ਨੂੰ ਵੀ ਹਾਂ, ਜਿਨ੍ਹਾਂ ਨੇ ਲੁੱਟਾਂ ਖਸੁੱਟਾਂ ਨਹੀਂ ਕੀਤੀਆਂ, ਚਿੱਟਾ ਨਸ਼ੇ ਨਹੀਂ ਵੇਚੇ, ਪੈਸੇ ਨਹੀਂ ਬਣਾਏ, ਉਹ ਵੱਡੇ ਵੱਡੇ ਮਾਲ ਨਹੀਂ ਬਣਾਏ, ਉਹ ਤਾਂ ਤੁਹਾਨੂੰ ਵੀ ਦਿਖਦੇ ਆ। ਉਹ ਤਾਂ ਤੁਸੀਂ ਅਗਲੇ ਦਿਨ ਫੋਟੋਆਂ ਦੇ ਦੋਗੇ ਕਿ ਇਹਨੂੰ ਕਿਵੇਂ ਟਿਕਟ ਦੇਤੀ ਤੁਸੀਂ, ਜਿਹਦੇ ਇੰਡੀਆ ਮਹੱਲ ਬਣਾਏ ਹੋਏ ਹੈ। ਹਾਂ ਮਾਨ ਸਾਹਿਬ, ਇੱਕ ਪੰਜਾਬ ਸਰਕਾਰ ਨੇ ਮਸਤੂਆਣਾ ਸਾਹਿਬ ਮੈਡੀਕਲ ਇੰਸਟੀਚਿਊਟ ਬਣਾਉਣ ਦਾ ਐਲਾਨ ਕੀਤਾ ਸੀ, ਸ਼੍ਰੋਮਣੀ ਕਮੇਟੀ ਉਹਦੇ ਖਿਲਾਫ ਹਾਈ ਕੋਰਟ ਚਲੀ ਗਈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੱਤੇਵਾਲ ਸਾਹਿਬ ਦਾ ਜਿਹੜਾ ਹੈਗਾ ਉਹ ਲੱਗਣਾ ਚਾਹੀਦਾ ਹੈ। ਮਲੇਰਕੋਟਲੇ ਵੀ ਜਿਹੜਾ ਇਹ ਕਾਲਜ ਹੈ ਮੈਡੀਕਲ, ਉਹ ਹੋਣਾ ਚਾਹੀਦਾ ਹੈ। ਤੇ ਸੰਤ ਅਤਰ ਸਿੰਘ ਦੀ ਖਾਸ ਸੀਗੀ ਕਿ ਇੱਕ ਦਿਨ ਜਿਹੜਾ ਇਹ ਹੈਗਾ ਮਸਤੂਆਣਾ ਸਾਹਿਬ, ਇਹ ਯੂਨੀਵਰਸਿਟੀ ਬਣੂਗੀ ਤੇ ਸਾਡੀ ਪਾਰਟੀ ਪੂਰੀ ਕੋਸ਼ਿਸ਼ ਕਰੂਗੀ ਕਿ ਇਹ ਯੂਨੀਵਰਸਿਟੀ ਮਾਲਵੇ ਦੀ ਉੱਤਮ ਬਣ ਜਾਵੇ। ਜਿਹੜਾ ਸਰਦਾਰ ਦੀਪ ਸਿੰਘ ਸਿੱਧੂ ਦਾ ਕਤਲ ਹੋਇਆ ਹੈ, ਭਾਈ ਮੂਸੇਵਾਲ ਦਾ ਹੋਇਆ ਹੈ, ਇਹ ਇੰਡੀਆ ਦੀ ਸਰਕਾਰ ਇਸ ਨੂੰ ਹੱਲ ਨਹੀਂ ਕਰ ਸਕਦੀ, ਕਿਉਂ ਕਰਕੇ ਇਹਦੇ ਵਿੱਚ ਹੱਥ ਹੈਗਾ ਇੰਡੀਆ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ। ਤੁਹਾਨੂੰ ਪਤਾ ਹੈ ਮੂਸੇਵਾਲ ਸਾਹਿਬ ਦੇ ਕਤਲ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਨੋਟਿਸ ਦੇ ਦਿੱਤਾ ਸੀ ਪੰਜਾਬ ਨੂੰ ਕਿ ਉਹਨਾਂ ਦਾ ਕਤਲ ਹੋਣ ਵਾਲਾ ਹੈ ਤੇ ਇੰਟੈਲੀਜੈਂਸ ਬਿਊਰੋ ਜਿਹੜੀ ਸਭ ਤੋਂ ਵੱਡੀ ਖੁਫੀਆ ਏਜੰਸੀ ਇੰਡੀਆ ਨੇ, ਉਸ ਨੇ ਵੀ ਕਹਿਤਾ ਸੀ ਪੰਜਾਬ ਸਰਕਾਰ ਨੂੰ ਕਿ ਇਹਦਾ ਕਤਲ ਹੋਣ ਵਾਲਾ ਹੈ। ਤੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਇਹ ਕਤਲ ਮੂਸੇਵਾਲ ਸਾਹਿਬ ਦਾ ਹੋਇਆ ਹੈ, ਉਹ ਇਹਦੇ ਨਾਲ ਇਹ ਚੱਲਦਾ, ਜਿਹੜਾ ਇਹ ਪਹਿਲਾਂ ਇਹਨਾਂ ਨੂੰ ਖਬਰ ਹੋ ਗਈ ਸੀਗੀ ਤੇ ਹੁਣ ਪੰਜਾਬ ਪੁਲਿਸ ਦੇ ਹੱਥ ਪਿੱਛੇ ਬੰਨੇ ਹੋਏ ਹੈ। ਉਹ ਨਾ ਤਾਂ ਆਪਣੇ ਚੀਫ ਮਿਨਿਸਟਰ ਨੂੰ ਪੁੱਛ ਸਕਦੇ ਹੈ, ਨਾ ਚੀਫ ਸੈਕਟਰੀ ਨੂੰ ਪੁੱਛ ਸਕਦੇ ਹੈ, ਨਾ DGP ਨੂੰ ਪੁੱਛ ਸਕਦੇ ਹੈ, ਨਾ ਹੋਮ ਸਕੱਤਰ ਨੂੰ ਪੁੱਛ ਸਕਦੇ ਹੈ ਕਿ ਤੁਸੀਂ ਮੂਸੇਵਾਲ ਸਾਹਿਬ ਦੀ ਜਿਹੜੀ ਸਿਕਿਉਰਿਟੀ ਸੀ ਉਹ ਕਿਉਂ ਵਾਪਸ ਲੈ ਲਈ, ਜਦ ਕਿ ਤੁਹਾਨੂੰ ਆ ਗਈ ਸੀ ਖਬਰ ਕਿ ਉਹਨਾਂ ਦਾ ਕਤਲ ਹੋਣ ਵਾਲਾ ਹੈਗਾ। ਤੇ ਮਿੱਟੂ ਖੇੜੇ ਜਿਹੜਾ ਬਾਦਲਾਂ ਦਾ ਸਕੱਤਰ ਹੈ, ਉਹਦਾ ਕਤਲ ਹੋਇਆ ਤੇ ਉਹਦੇ ਵੀ ਕਹਿੰਦੇ ਹੈ ਕਿ ਉਹਦੀ ਰੰਜ ਦੇ ਵਿੱਚ ਮੂਸੇਵਾਲ ਸਾਹਿਬ ਨੂੰ ਕਤਲ ਕੀਤਾ ਗਿਆ। ਜਿੰਨਾ ਚਿਰ ਸੁਖਬੀਰ ਸਿੰਘ ਦੀ ਜਿਹੜੀ ਤਕਰੀਰ ਹੈ ਉਹ ਕਤਲ ਦੇ ਵਿੱਚ ਜਦੋਂ ਭੋਗ 'ਤੇ ਗਿਆ, ਜਿੰਨਾ ਚਿਰ ਉਹ ਸਾਰੀ ਤਰ੍ਹਾਂ ਪੁਲਿਸ ਨਹੀਂ ਪੜ੍ਹਦੀ ਤਾਂ ਇਹ ਕਤਲ ਨਹੀਂ ਹੱਲ ਹੋ ਸਕਦੇ, ਨਾ ਸਿੱਧੂ ਸਾਹਿਬ ਦਾ ਨਾ ਮੂਸੇਵਾਲ ਦਾ। ਇਹ ਦੁਨੀਆ ਦੇ ਵਿੱਚ 2 ਵਾਰੀ ਹੋਇਆ ਹੈ ਕਿ ਜਿੱਥੇ ਕਤਲ ਹੋਏ ਹੈ ਉੱਥੇ ਲੋਕਾਂ ਦਾ ਵਿਸ਼ਵਾਸ ਆਪਣੀ ਸਰਕਾਰ ਦੇ ਵਿੱਚ ਨਹੀਂ ਸੀ। ਇੱਕ ਕਤਲ ਹੋਇਆ ਸੀ ਲੈਬਨਾਨ ਦੇ ਵਿੱਚ, ਜਿੱਥੇ ਸਾਡੇ ਸਿੱਖ ਨੌਕਰੀ ਕਰਨ ਜਾਂਦੇ ਹੈ। ਉਹਦਾ ਪ੍ਰਾਈਮ ਮਿਨਿਸਟਰ ਸੀਗਾ ਹਰਾਰੇ, ਉਹਦਾ ਕਤਲ ਹੋ ਗਿਆ ਸੀਗਾ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀਗਾ ਕਿ ਲੈਬਨਾਨ ਦੀ ਸਰਕਾਰ ਇਸ ਕਤਲ ਨੂੰ ਕੱਢੂਗੀ। ਸੋ UNO ਨੇ ਉਸ ਦੇ ਕਤਲ ਦੀ ਤਫਤੀਸ਼ ਆਪਣੇ ਕੋਲੇ ਲੈ ਲਈ ਸੀ। ਫਿਰ ਦੂਜਾ ਕਤਲ ਆਪਣੇ ਨੇੜੇ ਹੀ ਹੋਇਆ ਹੈ ਬੇਨਜ਼ੀਰ ਭੁੱਟੋ ਬੀਬੀ ਦਾ। ਉਦੋਂ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਸੀਗਾ ਕਿ ਉਸ ਵੇਲੇ ਦੀ ਸਰਕਾਰ ਸਹੀ ਤੌਰ 'ਤੇ ਬੇਨਜ਼ੀਰ ਭੁੱਟੋ ਦੇ ਕਤਲ ਦੀ ਤਫਤੀਸ਼ ਠੀਕ ਢੰਗ ਨਾਲ ਕਰੂਗੀ। ਫਿਰ ਉਹ ਵੀ UNO ਨੇ ਤਫਤੀਸ਼ ਕਰਾਈ ਸੀ
ਸਾਡੀ ਮੰਗ ਹੈ ਬਾਹਰ ਜਿਹੜੇ ਸਿੱਖ ਵੱਸਦੇ ਹੈ ਕਿ ਤੁਸੀਂ ਆਪਣੇ ਆਪਣੇ ਜਿੰਨੇ ਵੀ ਸੈਨੇਟਰਸ ਨੇ ਮੈਂਬਰਸ ਪਾਰਲੀਮੈਂਟ ਨੇ ਉਹਨਾਂ 'ਤੇ ਜ਼ੋਰ ਪਾਓ ਕਿ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਦੀਪ ਸਿੰਘ ਸਿੱਧੂ ਦੀ ਤੇ ਮੂਸੇਵਾਲ ਸਾਹਿਬ ਦੀ ਤਫਤੀਸ਼ ਕਰਾਈ ਜਾਵੇ। ਸਰ ਇੱਕ ਸਵਾਲ ਹੋਰ ਸੀ, 18 ਜੁਲਾਈ ਤੋਂ ਪਾਰਲੀਮੈਂਟ ਸੈਸ਼ਨ ਸ਼ੁਰੂ ਹੋ ਰਿਹਾ, ਤੁਹਾਡਾ ਸਹੁੰ ਚੁੱਕ ਸਮਾਗਮ ਆ ਜਿਹੜਾ ਉਹ ਕਦੋਂ ਹੋਣਾ ਤੇ ਉਸ ਤੋਂ ਬਾਅਦ ਜਿਹੜਾ ਪਾਰਲੀਮੈਂਟ ਦੇ ਵਿੱਚ ਤੁਸੀਂ ਜਾਣਾ? ਕਿਰਪਾਨ ਦਾ ਮਸਲਾ ਪਹਿਲਾਂ ਵੀ ਭਗਵੰਤ ਮਾਨ ਤੁਹਾਡੇ ਬਾਰੇ ਕਹਿੰਦੇ ਰਹੇ ਕਿ ਅਸੀਂ ਕਿਰਪਾਨ, ਇਹ ਪਿਆਰ ਦੀ ਗੱਲ ਕਰਦੇ ਹਾਂ ਅਸੀਂ, ਤੁਸੀਂ ਕਿਰਪਾਨ ਦੀ ਕਰਦੇ ਹੋ। ਹੁਣ ਕਿਰਪਾਨ ਦਾ ਤੁਸੀਂ ਮਸਲਾ ਜਿਹੜਾ ਉੱਥੇ ਸੰਸਦ ਦੁਬਾਰਾ ਚੁੱਕੋਗੇ ਜਾਂ ਪਾਰਲੀਮੈਂਟ ਦੇ ਵਿੱਚ ਐਂਟਰੀ ਹੋਏਗੀ? ਦੇਖੋ ਇਹ ਚੀਜ਼ ਮੈਂ ਆਪਣੀ ਤਕਰੀਰ ਦੇ ਵਿੱਚ ਤੁਹਾਨੂੰ ਸਮਝਾ ਦਿੱਤੀ ਹੈ। ਸਾਰੀ ਰਮਾਇਣ ਉੱਥੇ ਮੈਂ ਪੜ੍ਹਤੀ। ਹੁਣ ਤੁਸੀਂ ਕਹਿੰਦੇ ਹੋ ਸੀਤਾ ਕੌਣ ਹੈ, ਇਹ ਤਾਂ ਨਾ ਕਰੋ। ਮੇਰੀ ਰਿਕਾਰਡ